ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਪੰਦੇਰ। ਇਸ ਵੀਡੀਓ 'ਚ ਅਸੀਂ ਸਮਝਾਵਾਂਗੇ ਕਿ ਨੀ ਰਿਪਲੇਸਮੈਂਟ ਦੀ ਸਰਜਰੀ ਤੋਂ ਬਾਅਦ ਕਿਸ ਤਰ੍ਹਾਂ ਐਕਸਰਸਾਈਜ਼ ਕਰਨੀ ਹੈ। ਇਹ ਸਾਰੀਆਂ ਐਕਸਰਸਾਈਜ਼ਸ 3 ਤੋਂ 4 ਵਾਰੀ ਦਿਨ ਦੇ ਵਿੱਚ ਕਰਨੀਆਂ ਨੇ, ਤੇ ਜਿਹੜੀਆਂ ਬੇਸਿਕ ਐਕਸਰਸਾਈਜ਼ਸ ਨੇ ਕਾਫ ਪੰਪਿੰਗ, ਨੀ ਪ੍ਰੈਸ, ਉਹ ਤੇ ਆਪਾਂ ਹਰ ਘੰਟੇ 2 ਘੰਟੇ ਬਾਅਦ ਆਪਣੇ ਆਪ ਕਰਦੇ ਰਹਿਣਾ। ਉਹਦੇ ਲਈ ਆਪਾਂ ਨੂੰ ਕਿਸੇ ਦੀ ਹੈਲਪ ਦੀ ਲੋੜ ਨਹੀਂ। ਇਹਨੂੰ ਆਪਾਂ ਕਾਫ ਪੰਪ ਕਹਿੰਦੇ। ਇਹਦੇ ਵਿੱਚ ਪੈਰ ਨੂੰ ਇੱਦਾਂ ਪੂਰੇ ਜ਼ੋਰ ਨਾਲ ਉੱਪਰ ਨੂੰ ਖਿੱਚਣਾ, 5 ਸੈਕਿੰਡ ਹੋਲਡ ਕਰਨਾ, ਫਿਰ ਪੂਰੇ ਜ਼ੋਰ ਨਾਲ ਥੱਲੇ ਨੂੰ ਦੱਬਣਾ। ਇਹ ਮੂਵਮੈਂਟ ਗਿੱਟੇ ਤੋਂ ਕਰਨੀ ਹੈ। ਤੁਸੀਂ ਦੇਖੋ ਗਿੱਟੇ ਦਾ ਜੋੜ ਆਪਾਂ ਇੱਦਾਂ ਉੱਪਰ ਨੂੰ ਖਿੱਚ ਰਹੇ ਹਾਂ, 1 2 3 4 5, ਫਿਰ ਪੂਰੇ ਜ਼ੋਰ ਨਾਲ ਥੱਲੇ ਨੂੰ ਦੱਬਣਾ, 1 2 3 4 5, ਫਿਰ ਉੱਪਰ ਨੂੰ ਖਿੱਚੋ, 1 2 3 4 5, ਫਿਰ ਥੱਲੇ ਨੂੰ ਦੱਬੋ, 1 2 3 4 5। ਇਹਨੂੰ 20-25 ਵਾਰੀ ਕਰਨਾ। ਹਰ ਘੰਟੇ ਬਾਅਦ ਜਦੋਂ ਯਾਦ ਆ ਜਾਏ ਇਹਨੂੰ 20-25 ਵਾਰੀ ਕਰੋ। ਦੂਸਰੀ ਐਕਸਰਸਾਈਜ਼ ਸਟੈਟਿਕ ਕੁਆਡਰੀਸੈਪਸ ਹੈ। ਇਹਦੇ ਵਿੱਚ ਆਪਾਂ ਕੁਆਡਰੀਸੈਪਸ ਮਸਲ ਤਕੜਾ ਕਰਦੇ ਹਾਂ। ਦੂਜੀ ਆਪਾਂ ਕਹਿੰਦੇ ਹਾਂ ਸਟੈਟਿਕ ਕੁਆਡਰੀਸੈਪਸ। ਇਹਦੇ ਵਿੱਚ ਲੱਤ ਦਾ ਆਹ ਵਾਲਾ ਜਿਹੜਾ ਮਸਲ ਹੈ ਇਹਨੂੰ ਇੱਦਾਂ ਐਂ ਟਾਈਟ ਕਰਕੇ ਅਕੜਾਉਣਾ, 10 ਸੈਕਿੰਡ ਹੋਲਡ ਕਰਨਾ ਬਾਈ ਵਾਚ, ਫਿਰ ਇਹਨੂੰ ਢਿੱਲਾ ਛੱਡ ਦੇਣਾ, ਫਿਰ ਇਹਨੂੰ ਇੱਦਾਂ ਅਕੜਾਓ। ਆਹ ਜਿਹੜਾ ਮਸਲ ਹੈਗਾ ਇਹਦੀ ਪੂਰੀ ਸ਼ੇਪ ਬਣ ਕੇ ਆਉਣੀ ਚਾਹੀਦੀ ਹੈ। ਇਹਨੂੰ ਜਿਵੇਂ ਜਿਵੇਂ ਆਪਾਂ ਅਕੜਾਉਣ ਦੀ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਉੱਦਾਂ ਇਹਦੀ ਸਟਰੈਂਥ ਵਾਪਸ ਆਉਂਦੀ ਰਹਿੰਦੀ ਹੈ। ਇਹ ਐਕਸਰਸਾਈਜ਼ ਆਪਾਂ ਸਰਜਰੀ ਤੋਂ ਪਹਿਲਾਂ ਵੀ ਸ਼ੁਰੂ ਕਰ ਸਕਦੇ ਹਾਂ। ਵੀ ਜਦੋਂ ਸਰਜਰੀ ਹਜੇ ਕਰਾਉਣੀ ਆਪਾਂ ਪਲਾਨ ਕਰ ਰਹੇ ਹਾਂ, 2-4 ਦਿਨ ਜਿਹਨੂੰ ਵਾਰੀ ਕਰੋਗੇ ਇਹ ਮਸਲ ਸਟਿਮੂਲੇਟ ਹੋਏਗਾ। ਇੱਦਾਂ 10 ਸੈਕਿੰਡ ਲਈ ਇਹਨੂੰ ਅਕੜਾਉਣਾ। ਤੁਸੀਂ ਦੇਖੋ ਜਦੋਂ ਆਪਾਂ ਅਕੜਾ ਰਹੇ ਹਾਂ ਲੱਤ ਉੱਧਰੋਂ ਉੱਪਰ ਚੱਕੀ ਜਾ ਰਹੀ ਹੈ, ਇਹ ਪੂਰਾ ਟਾਈਟ ਹੋ ਰਿਹਾ, ਆਪਣੀ ਸ਼ੇਪ 'ਚ ਆ ਰਿਹਾ। ਇੱਥੇ 10 ਕਾਊਂਟ ਕਰਨੇ ਆ ਜਾਂ ਘੜੀ ਦੇਖ ਕੇ 10 ਸੈਕਿੰਡ ਹੋਲਡ ਕਰਨਾ, ਇਹਨੂੰ ਫਿਰ ਛੱਡ ਦੇਣਾ। ਇਹ ਐਕਸਰਸਾਈਜ਼ ਵੀ ਹਰ ਘੰਟੇ ਬਾਅਦ, ਅੱਧੇ ਘੰਟੇ ਬਾਅਦ 8-10 ਵਾਰੀ, ਜਿੰਨਾ ਚਿਰ ਵੀ ਆਪਾਂ ਜਾਗਦੇ ਹਾਂ, ਐਕਟਿਵ ਹੈਗੇ, ਇਹਨੂੰ ਵਾਰੀ ਕਰਦੇ ਰਹੋ। ਇਹਦੇ ਨਾਲ ਕੁਆਡਰੀਸੈਪਸ ਮਸਲ ਇੰਗੇਜ ਹੁੰਦਾ। ਜਿੰਨਾ ਇਹ ਮਸਲ ਸਟਰੋਂਗ ਹੋਏਗਾ ਉਸ ਤੋਂ ਬਾਅਦ ਗੋਡੇ ਦਾ ਫੰਕਸ਼ਨ ਜਲਦੀ ਵਾਪਸ ਆਏਗਾ ਅਤੇ ਵਧੀਆ ਵਾਪਸ ਆਏਗਾ। ਇਹਨੂੰ ਇੱਦਾਂ ਵਾਰੀ ਅਕੜਾਉਣਾ, 5 ਸੈਕਿੰਡ ਹੋਲਡ ਕਰਨਾ, ਛੱਡ ਦੇਣਾ, ਫਿਰ ਇੱਦਾਂ ਅਕੜਾਉਣਾ, 10 ਸੈਕਿੰਡ ਹੋਲਡ ਕਰੋ, ਫਿਰ ਛੱਡ ਦਿਓ। ਤੇ ਆਓ ਹੁਣ ਗੋਡੇ ਦੀਆਂ ਮੇਨ ਐਕਸਰਸਾਈਜ਼ਾਂ ਸਮਝੀਏ, ਜਿਨ੍ਹਾਂ ਨੂੰ ਅਸੀਂ ਦਿਨ 'ਚ 3 ਤੋਂ 4 ਵਾਰੀ 10-10 ਰੈਪੀਟੇਸ਼ਨਸ ਕਰਨਾ ਹੈ, ਤੇ ਆਪਾਂ ਨੂੰ ਘਰ ਦੇ ਕਿਸੇ ਮੈਂਬਰ ਦੀ ਮਦਦ ਦੀ ਲੋੜ ਪਵੇਗੀ। ਪਹਿਲਾਂ ਨਾ ਦੋਨੇ ਗੋਡੇ ਹੌਲੀ ਇਕੱਠੇ ਕਰੋ, ਜਿੱਥੇ ਤੱਕ ਪਿੱਛੇ ਨੂੰ ਮੁੜਦੇ ਨਾ ਇੱਦਾਂ, ਹਾਂ ਆਰਾਮ ਨਾਲ ਮੋੜੀ ਚਲੋ, ਸ਼ਾਬਾਸ਼ 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 ਸ਼ਾਬਾਸ਼, ਹੋਰ ਜ਼ੋਰ ਲਓ, ਹੋਰ ਜ਼ੋਰ ਲਓ, ਕੋਈ ਗੱਲ ਨਹੀਂ। ਪਹਿਲਾਂ ਦਿਨ ਨਾ ਇੰਨਾ ਹੀ ਲੱਗ ਜੇ ਬਹੁਤ ਹੈਗਾ, ਠੀਕ ਹੈ। ਹੁਣ ਆਪਾਂ ਕੀ ਕਰਨਾ, ਆਪਾਂ ਇੱਕ ਕਰਕੇ ਕਸਰਤ ਕਰਨੀ ਹੈ। ਇਹਦਾ ਪਹਿਲਾ ਸਟੈਪ ਕੀ ਹੈਗਾ, ਇਹ ਲੱਤ ਨੂੰ ਐਂ ਹੌਲੀ ਉੱਪਰ ਚੱਕੋ, ਆਪਣੇ ਜੋੜ ਨਾਲ ਜਿੰਨੀ ਚੱਕੀ ਜਾਂਦੀ ਹੈ। ਚੱਕੋ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਹੋਰ ਚੱਕੋ, ਹੋਰ ਚੱਕੋ, ਹੋਰ ਚੱਕੋ, ਹੋਰ ਚੱਕੋ, ਹੋਰ ਚੱਕੋ, ਵੈਰੀ ਗੁੱਡ। ਜਿੱਥੇ ਤੱਕ ਚੱਕੀ ਗਈ ਨਾ, ਫਿਰ ਜਿਹੜਾ ਬੰਦਾ ਐਕਸਰਸਾਈਜ਼ ਕਰ ਰਿਹਾ ਉਹਨੂੰ ਕਹਿਣਾ ਇੱਦਾਂ ਅੱਡੀ ਥੱਲੇ ਹੱਥ ਰੱਖ ਲਓ, ਪੰਜਾ ਉੱਪਰ ਨੂੰ ਮੋੜ ਕੇ, ਹੁਣ ਇਹ ਗੋਡਾ ਪੂਰਾ ਟਾਈਟ ਕਰਕੇ ਇੱਥੋਂ ਐਂ ਦੱਬੋ ਥੱਲੇ, ਹਾਂ ਹੱਥ ਨਾਲ ਨਹੀਂ, ਆਪਣੇ ਜੋੜ ਨਾਲ, ਹਾਂ ਇੱਦਾਂ ਦੱਬੋ, ਪੂਰਾ ਜ਼ੋਰ ਲਾਓ ਉੱਥੇ, ਪੂਰਾ ਜ਼ੋਰ, ਹੋਰ ਜ਼ੋਰ ਲਾਓ, ਸ਼ਾਬਾਸ਼, ਹੋਰ ਜ਼ੋਰ ਲਾਓ, ਵੈਰੀ ਗੁੱਡ, ਬਹੁਤ ਸੋਹਣਾ ਲੱਗ ਰਿਹਾ। ਇੱਥੋਂ ਇਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ। ਦੱਬ ਕੇ ਪੂਰੇ ਜ਼ੋਰ ਨਾਲ ਨੱਪ ਕੇ ਸ਼ਾਬਾਸ਼। ਹਾਂ ਜਦੋਂ ਐਂ ਦੱਬ ਲਿਆ ਨਾ, ਇੱਥੇ ਅੱਡੀ ਤੇ ਪ੍ਰੈਸ਼ਰ ਪੈ ਰਿਹਾ, ਮੇਰੇ ਹੱਥ 'ਤੇ ਜਿਵੇਂ ਜ਼ੋਰ ਪੈ ਰਿਹਾ ਨਾ, ਜ਼ੋਰ ਪਾਉਣਾ ਇੱਥੋਂ ਵੀ, ਇੱਥੇ ਜ਼ੋਰ ਪਵੇ। ਹੁਣ 10 ਗਿਣੋ, 1 2 3 4 5 6 7 8 9 10, ਠੀਕ ਹੈ। ਹੁਣ ਮੈਂ ਥੱਲੋਂ ਹੱਥ ਕੱਢੂੰਗਾ, ਤੁਸੀਂ ਲੱਤ ਇੱਥੇ ਅਕੜਾ ਕੇ ਰੱਖਣੀ ਹੈ, ਅਕੜਾ ਕੇ ਰੱਖੋ, ਥੱਲੇ ਨਹੀਂ ਜਾਣ ਦੇਣੀ, ਜ਼ੋਰ ਲਾਓ, ਪੂਰਾ ਜ਼ੋਰ ਲਾਓ, ਪੂਰਾ ਜ਼ੋਰ, ਹੋਰ ਜ਼ੋਰ, ਸ਼ਾਬਾਸ਼ 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 ਸ਼ਾਬਾਸ਼, ਬਹੁਤ ਸੋਹਣਾ। ਰੋਕੋ ਇੱਥੇ 5 ਗਿਣੋ, 1 2 3 4 5। ਜਦੋਂ 5 ਗਿਣ ਲਿਆ ਨਾ, ਪਹਿਲਾਂ ਲੱਤ ਫੜਨੀ ਆ, ਫਿਰ ਢਿੱਲੀ ਛੱਡਣੀ ਆ, ਠੀਕ ਹੈ। ਪਹਿਲਾਂ ਕਿਸੇ ਨੂੰ ਕਹਿਣਾ ਫੜ ਲਓ, ਫਿਰ ਢਿੱਲਾ ਛੱਡੋ। ਜੇ ਵੈਸੇ ਢਿੱਲਾ ਛੱਡੋਗੇ ਨਾ ਦਰਦ ਹੋਏਗੀ। ਜਦੋਂ ਹੁਣ ਫੜ ਲਈ, ਹੁਣ ਇਹਨੂੰ ਆਪਣੇ ਆਪ ਹੌਲੀ ਇਕੱਠਾ ਕਰੋ। ਦੇਖੋ ਮੈਂ ਕੁਝ ਨਹੀਂ ਕਰਨਾ, ਤੁਸੀਂ ਆਪਣੇ ਜ਼ੋਰ ਨਾਲ ਇਕੱਠੀ ਕਰਨੀ ਹੈ। ਸ਼ਾਬਾਸ਼ 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 ਸ਼ਾਬਾਸ਼, ਹੋਰ ਪਿੱਛੇ ਲੈ ਜਾਓ, ਹੋਰ ਪਿੱਛੇ ਲੈ ਜਾਓ, ਵੈਰੀ ਗੁੱਡ। ਹੁਣ ਜਿੱਥੇ ਤੱਕ ਜਾਂਦੀ ਨਾ, ਜਿਹੜਾ ਬੰਦਾ ਕਸਰਤ ਕਰਾ ਰਿਹਾ ਉਹਨੇ ਐਂ 2 ਉਂਗਲਾਂ ਨਾਲ ਨਾ ਇਹਨੂੰ ਪੂਲਾ ਜਿਹਾ ਧੱਕਾ ਮਾਰਨਾ। ਜ਼ੋਰ ਤੁਸੀਂ ਨਹੀਂ ਲਾਉਣਾ, ਅਸੀਂ ਨਹੀਂ ਜ਼ੋਰ ਲਾਉਣਾ, ਹਾਂ ਤੁਸੀਂ ਜ਼ੋਰ ਲਾਉਣਾ। ਲਾਓ ਜ਼ੋਰ, ਸ਼ਾਬਾਸ਼ 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 ਸ਼ਾਬਾਸ਼। ਹਾਂ ਹੁਣ ਜਿੱਥੇ ਇਹ ਮੈਕਸਿਮਮ ਜਾਂਦੀ ਨਾ, ਇੱਥੇ ਫਿਰ 10 ਗਿਣਦੇ ਆਪਾਂ, 1 2 3 4 5 6 7 8 9 10, ਛੱਡ। ਹੁਣ ਇਹਦੀ ਵਾਰੀ ਆ ਗਈ, ਇਹਨੂੰ ਚੱਕੋ ਉੱਪਰ, ਕੋਈ ਗੱਲ ਚੱਕੋ, ਜ਼ੋਰ ਲਾ ਕੇ, ਸ਼ਾਬਾਸ਼ 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 ਸ਼ਾਬਾਸ਼। ਇਹ ਬਹੁਤ ਜ਼ਿਆਦਾ ਖਰਾਬ ਸੀਗਾ, ਹੋ ਜਾਏਗਾ ਠੀਕ, ਕੋਈ ਗੱਲ ਨਹੀਂ, ਹਾਂ ਵੈਰੀ ਗੁੱਡ, ਬਹੁਤ ਸੋਹਣਾ ਚੱਕ ਰਹੇ ਹੋ ਤੁਸੀਂ। ਨਹੀਂ ਹੱਥ ਨਹੀਂ ਲਾਣਾ, ਹਾਂ ਇੱਦਾਂ, ਠੀਕ ਹੈ। ਇੱਦਾਂ ਚੱਕ ਲਿਆ, ਜਿੰਨਾ ਕੁ ਚੱਕਿਆ ਜਾਂਦਾ, ਫਿਰ ਇੱਥੇ ਗੋਡੇ ਥੱਲੇ ਹੱਥ ਰੱਖ ਕੇ, ਪੰਜਾ ਉੱਪਰ ਨੂੰ ਮੋੜ ਕੇ, ਹੁਣ ਇੱਥੋਂ ਦੱਬੋ ਗੋਡਾ ਥੱਲੇ ਨੂੰ, ਪੂਰੇ ਜ਼ੋਰ ਨਾਲ ਦੱਬ ਦਿਓ, ਪੂਰੇ ਜ਼ੋਰ ਨਾਲ, ਹੋਰ ਜ਼ੋਰ ਦੀ, ਸ਼ਾਬਾਸ਼ 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 ਸ਼ਾਬਾਸ਼, ਵੈਰੀ ਗੁੱਡ। ਇੱਦਾਂ ਦੱਬ ਕੇ ਪੂਰਾ ਇੱਥੋਂ ਮੇਰੀ ਅੱਡੀ ਤੇ ਜ਼ੋਰ ਪਾਓ, ਹਾਂ ਜਿਵੇਂ ਪਹਿਲਾਂ ਪਾਉਂਦੇ ਸੀ, ਹਾਂ ਇੱਦਾਂ ਪੂਰਾ ਜ਼ੋਰ ਪਾਓ ਇੱਥੇ ਪੈਰ ਤੋਂ, ਹਾਂ ਇੱਥੋਂ ਇਹਨੂੰ ਸਿੱਧਾ ਕਰਨਾ, ਠੀਕ ਹੈ। ਪੂਰਾ ਦੱਬ ਕੇ ਆਹ ਮਸਲ ਨੂੰ ਟਾਈਟ ਕਰਨਾ ਹੈ, ਇੱਥੋਂ ਗੋਡਾ ਸਿੱਧਾ ਕਰਨਾ ਹੈ, ਅੱਡੀ ਤੇ ਪ੍ਰੈਸ਼ਰ ਪਾਉਣਾ, ਪੈਰ ਉੱਪਰ ਨੂੰ ਮੋੜ ਕੇ ਰੱਖਣਾ, ਠੀਕ ਹੈ। 10 ਗਿਣੋ ਹੁਣ, 1 2 3 4
5 6 7 8 9 10 ਹੁਣ ਚੱਕ ਕੇ ਰੱਖੋ, ਚੱਕ ਕੇ ਰੱਖੋ, मैं हाथ कटूंगा थल्लों। वेरी गुड वेरी गुड। 1 2 3 4 5 6 7 8 9 10 ਛੱਡ ਦਿਓ, ਫੜ ਕੇ ਫਿਰ ਛੱਡਣਾ ਜਦੋਂ ਕਿਸੇ ਨੇ ਹੱਥ ਪੈਰ ਫੜ ਲਿਆ। ਠੀਕ ਹੈ, ਹੁਣ ਇਕੱਠਾ ਕਰੋ ਹੌਲੀ ਹੌਲੀ, ਇਹਨੂੰ ਇਕੱਠਾ ਕਰੋ, ਥੱਲੇ ਲੈ ਜਾਓ, ਥੱਲੇ ਲੈ ਜਾਓ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਇੱਥੋਂ ਨਹੀਂ ਟੇਢੇ ਹੋਣਾ, ਇੱਥੋਂ ਸਿੱਧੇ ਬਣਾ। ਹਾਂ ਇੱਦਾਂ ਸਿੱਧੇ। ਹਾਂ ਹੁਣ ਆਪਣਾ ਜ਼ੋਰ ਲਾਓ। ਸ਼ਾਬਾਸ਼ 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 ਸ਼ਾਬਾਸ਼। ਦੇਖੋ ਤੁਸੀਂ ਜ਼ੋਰ ਲਾਉਣਾ, ਮੈਂ ਨਹੀਂ ਜ਼ੋਰ ਲਾਉਣਾ। ਠੀਕ ਹੈ, ਮੈਂ ਸਿਰਫ ਆ 2 ਉਂਗਲਾਂ ਨਾਲ ਤੁਹਾਨੂੰ ਇਸ਼ਾਰਾ ਕਰਨਾ ਵੀ ਹੋਰ ਜ਼ੋਰ ਲਾਓ, ਹੋਰ ਜ਼ੋਰ ਲਾਓ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਹੋਰ ਪਿੱਛੇ ਹੋਰ ਪਿੱਛੇ ਹੋਰ ਪਿੱਛੇ ਹੋਰ ਪਿੱਛੇ। ਹਾਂ ਹੁਣ ਜਿੱਥੇ ਮੈਕਸਿਮਮ ਜਾਂਦਾ ਨਾ ਇੱਥੇ 10 ਗਿਣਨੇ ਆ। 1 2 3 4 5 6 7 8 9 10 ਛੱਡ। ਇਹ ਜਦੋਂ ਵੀ ਕਸਰਤ ਕਰਨੀ ਨਾ ਕਰੇ, ਆਹ ਦੇਖ ਕੇ ਵੀ ਬੈੱਡ ਇਦਾਂ ਦਾ ਹੋਵੇ ਜਿਹਦੇ ਥੱਲੇ ਲੱਤ ਅੰਦਰ ਨੂੰ ਮੁੜ ਜਾਵੇ, ਉਹਦੇ ਤੇ ਬੈਠ ਕੇ ਕਰਨੀ। ਜੇ ਫਲੈਟ ਬੈੱਡ ਤੇ ਕਰੋਗੇ ਤੇ ਗੋਡਾ ਬਹੁਤ ਜ਼ਿਆਦਾ ਪਿੱਛੇ ਨੂੰ ਮੁੜੇਗਾ। ਠੀਕ ਹੈ, दबो जोर से दबो। हाँ पैर ऊपर को खिंच के, हाँ इथों दबो लत जोर से। हाथ पीछे रख के, हाँ पैर ऊपर को खिंच के। हाँ 1 2 3 4 5। और लत चक रखो, मैं हाथ करूँगा दोनों। 1 2 3 4 5। हम इकट्ठा कर लो हौली हौली। शाबाश 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 शाबाश। और पीछे और पीछे और थोड़ा आगे हो गए, बैठो थोड़ा आगे। हाँ इधर भी आगे। हाँ ऐसा हम ले जाओ पीछे उठा दोनों वाले चक ऊपर, पैर खिंचो ऊपर में इतना। हाँ इतना। हाँ हम पैर उधर घुमा के इतना गोटा इतना जोर से दबो जोर से। 1 पता नहीं लग गया हजे, 2 जोर से 3 4 5। हम लत चक के रखो, मैं हाथ कटूंगा दोनों। चक के रखो, चक के 1 2 3 4 5 छाड़ दो। फिर इकट्ठा करो, इकट्ठा ले जाओ पीछे। मूड तो सुना रहेगा, थोड़ा सीधा तेज जोर लाना, ਇਹਨੂੰ ਸਿੱਧਾ ਕਰੋ। ऐसा अपने आप सीधी ਚੱਕਣੇ ਮਾੜੇ ਜਾਓ। हाँ आए सीधी करनी। फिर पैर ऊपर ਨੂੰ खिंच के, पैर ऊपर ਨੂੰ खिंच के गोटा दबो जोर दी दबो जोर दी जोर दी। 1 पैर इधर में, पैर ऊपर ਨੂੰ गोटा आए सीधा, आए सीधा। हाँ फिर दबना जोर दी। 1 2 3 4 5। ਹੁਣ ਚੱਕ ਕੇ ਰੱਖੋ, हाथ ਕੱਢਣਾ ਤੁਹਾਨੂੰ। 1 2 3 4 5 ਇਕੱਠਾ ਕਰ ਲਓ। शाबाश। ठीक है, आही कसरत है। एक बारी होगी, एक बारी होगी। ਤੁਹਾਨੂੰ ਸਿਰਫ ਪੈਰ ਉੱਪਰ ਨੂੰ ਖਿੱਚ ਕੇ ਗੋਡਾ ਦਬੋ जोर दी दबो, ਥੱਲੇ ਨੂੰ ਮੇਰੇ ਹੱਥ ਦਬੋ जोर दी जोर दी। पैर ऊपर खिंच के, हाँ और जोर दी और जोर दी। अकड़ा के शाबाश। 1 2 3 4 5 चक रखो, चक रखो। 1 2 3 4 5 वेरी गुड। ਅਗਲੀ ਐਕਸਰਸਾਈਜ਼ ਨੂੰ ਆਪਾਂ ਆਪਣੇ ਆਪ ਹਰ ਘੰਟੇ ਬਾਅਦ 10-15 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਇੱਥੇ ਅੱਡੀ ਟੇਕ ਜਾਵੇ, ਚੇਅਰ ਦੇ ਆਲਮੋਸਟ ਲੈਵਲ ਤੇ ਜਾਂ ਥੋੜਾ ਜਿਹਾ ਨੀਵਾਂ। ਠੀਕ ਹੈ, ਫਿਰ ਇੱਥੋਂ ਦਬਣਾ। ਹੁਣ ਇਹਨੂੰ ਪੂਰੇ ਜ਼ੋਰ ਨਾਲ ਦਬੋ, ਹੱਥ ਨਾਲ ਨਹੀਂ, ਆਪਣੇ ਜ਼ੋਰ ਨਾਲ। ਥੋੜਾ ਜ਼ੋਰ ਲਾਓ, ਉਹ ਗੱਲ ਜ਼ੋਰ ਦੇ ਲਾਵਾ ਨਾ, ਪੂਰਾ ਜ਼ੋਰ ਲਾਓ। 10 ਕਿਲੋ 10 ਕਿਲੋ। 1 2 3 4 5 6 7 8 9 10 ਛੱਡ। ਢਿੱਲਾ ਕਰੋ, ਥੋੜਾ ਢਿੱਲਾ ਕਰੋ, ਢਿੱਲਾ ਕਰੋ। ਸ਼ਾਬਾਸ਼। ਹੁਣ ਫਿਰ ਸਿੱਧਾ ਕਰ ਲਓ, ਫਿਰ ਦਬੋ ਇਹਨੂੰ ਪੂਰੇ ਜ਼ੋਰ ਨਾਲ, ਪੂਰੇ ਜ਼ੋਰ ਨਾਲ। 1 2 3 4 5 6 7 8 9 10 ਛੱਡ। ਇਹਨੂੰ ਫਿਰ ਇਦਾਂ ਐਂ ਸਿੱਧੀ ਕਰ, ਇੱਥੋਂ ਗੋਡਾ ਪੂਰੇ ਜ਼ੋਰ ਨਾਲ ਇੱਥੋਂ ਇਹ ਦੋ ਕਰ ਸ਼ੁਰੂ। ਇੱਥੋਂ ਦੋ ਪੂਰੇ ਜ਼ੋਰ ਨਾਲ। 1 2 3 4 5 6 7 8 9 10 ਛੱਡ। ਫਿਰ ਲਾ ਸ਼ਾਬਾਸ਼। ਆ ਜਾ ਫਿਰ ਦਬੋ, ਫਿਰ ਸਿੱਧਾ ਕਰੋ, दबो जोर दबो जोर पूरे जोर। 1 2 पैर कोई बीच अड्डी निकाल। 10 छोड़ दो, फिर दबो पूरे जोर, पूरे जोर। एक तो प्रेशर पाओ ना, ऐसे का तो थोड़े दबो। 1 2 3 4 5 6 7 8 9 10 छोड़। ये ना इधर 10 वारी एक लत, 10 वारी दूसरी लत हौली हौली नप्पिया करो। जितना ਇਹਨੂੰ ਵਾਰੀ-ਵਾਰੀ ਰੱਖੋਗੇ ਨਾ, ਉਹਨਾਂ ਗੋਡਾ ਮਗਰਲੇ ਪਾਸਿਓਂ ਸਿੱਧਾ ਰਹੇਗਾ। ਜੇ ਗੋਡਾ ਸਿੱਧਾ ਰਹੇਗਾ ਨਾ ਤੇ ਇਹ ਬਿਲਕੁਲ ਠੀਕ ਹੋ ਜਾਏਗਾ। ਨਾਰਮਲ ਕਰੋਗੇ, ਫਿਰੋਗੇ, ਕੋਈ ਦਿੱਕਤ ਨਹੀਂ ਆਏਗੀ। ਆਪ ਪਹਿਲਾਂ ਵਾਲੀ ਕਸਰਤ ਨੂੰ ਹੀ ਜੇ ਬੈੱਡ ਤੇ ਲੇਟ ਕੇ ਕਰਨਾ ਚਾਹੋ ਤਾਂ ਇਸ ਤਰ੍ਹਾਂ ਕਰ ਸਕਦੇ ਹਾਂ। ਪੈਰ ਮਾੜਾ ਜਿਹਾ ਹਾਂ ਅੰਦਰ ਘੁਮਾ ਕੇ, ਹਾਂ ਹੁਣ ਦਬੋ ਦਬੋ ਜ਼ੋਰ ਦੀ ਦਬੋ, ਥੱਲੇ ਨੂੰ ਟਾਈਟ ਕਰਕੇ ਪੂਰੇ ਜ਼ੋਰ ਨਾਲ, ਪੂਰੇ ਜ਼ੋਰ ਨਾਲ। ਸ਼ਾਬਾਸ਼
दब के, हाँ देखो मसल जोर खांदा ना विच विच दी, 1 2 3 जोर दी, हाँ इदां दब के 4 5 6 7 8 9 10 छड़ दो, हाँ दबो हुण जोर दी टाइट करके, शाबाश दबो, शाबाश जोर दी, 1 2 3 4 5 6 7 8 9 10 छड़ दो, ढिला छड़ दो, हाँ फिर सीधी करके लत्त सीधी करके पैर अंदर नूं घुमा के दब दो, फिर दबो थल्ले नूं, जोर दी शाबाश, 1 2 3 4 जोर दी, हाँ इदां मसल अकड़ा के रखो पट वाला, शाबाश, हाँ 1 2। ਆਪਰੇਸ਼ਨ ਤੋਂ ਅੰਦਾਜ਼ਨ 1 ਹਫ਼ਤੇ ਬਾਅਦ ਅਗਲੀ ਕਸਰਤ ਕਰਨੀ ਸ਼ੁਰੂ ਕਰ ਦਿਓ। ਇਸ ਦੇ ਨਾਲ ਗੋਡੇ ਦੇ ਮੋੜਨ ਦੀ ਮੂਵਮੈਂਟ ਵਧੇਗੀ। करो शाबाश, हाँ खिंच के नाल खिंचना, हथ से नाल गोडे का जोर ला के इकट्ठा करना, हाँ फिर थले छड़ दो, फिर खिंचो, शाबाश, होर खिंच लो, हाँ होर खिंच लो, हाँ फिर थले करो तो सीधा, शाबाश, थोड़ा जिहा कपड़ा होर अग्गों फड़ लो, हाँ इदां फड़ के, हाँ हाँ हुण करो इकट्ठा, जोर दी, हाँ होर इकट्ठा, शाबाश, फिर सीधा कर दो। पर ਇਹਦਾ ਇਹੀ ਧਿਆਨ ਰੱਖਣਾ ਕਿ ਅੱਡੀ ਤੁਹਾਡੀ ਥੱਲੇ ਬੈੱਡ ਨਾਲ ਲੱਗੀ ਰਵੇ ਜਦੋਂ ਕਰਦੇ ਹੋ ਨਾ, ਫਿਰ ਖਿੱਚੋ, ਹੋਰ ਜ਼ੋਰ ਦੀ, ਹਾਂ ਫਿਰ ਸਿੱਧਾ ਕਰ ਦੋ, ਹਾਂ ਬਸ। ਆਪਰੇਸ਼ਨ ਤੋਂ ਅੰਦਾਜ਼ਨ 2 ਤੋਂ 4 ਹਫ਼ਤੇ ਬਾਅਦ ਅਗਲੀਆਂ 2 ਐਕਸਰਸਾਈਜ਼ਸ ਸ਼ੁਰੂ ਕਰੋ। ਕਸਰਤ ਆਪਾਂ ਸ਼ੁਰੂ ਕਰਨੀ ਹੈ, ਠੀਕ ਹੈ। ਇਹਦੇ 'ਚ ਕੀ ਕਰਨਾ, ਇਦਾਂ ਲੰਮੇ ਪੈ ਕੇ ਨਾ ਲੱਤ ਪੂਰੀ ਅਕੜਾ ਕੇ ਸਿੱਧੀ ਉੱਪਰ ਚੱਕੋ, ਸਿੱਧੀ, ਹਾਂ ਇਦਾਂ 1 2 3 4 5 ਕਿਲੋ ਹੌਲੀ ਥੱਲੇ ਲੈ ਲਓ, ਹੌਲੀ ਥੱਲੇ ਲੈ ਲਓ, ਰੱਖ ਦੋ ਥੱਲੇ, ਸ਼ਾਬਾਸ਼, ਹਾਂ ਹੁਣ ਇਦਾਂ ਹੀ ਇੱਧਰ ਵੀ ਚੱਕੋ, ਪੂਰੀ ਅਕੜਾ ਕੇ 1 2 ਤੇ ਇੰਨੀ ਵੀ ਚੱਕਣੀ, ਬਹੁਤ ਉੱਪਰ ਨਹੀਂ ਚੱਕਣੀ, ਇੱਥੇ ਤੱਕ ਬਸ, 1 2 3 4 5 ਥੱਲੇ ਲੈ ਲਓ। ਹੁਣ ਦੂਜੀ ਚੱਕੋ ਪੂਰੀ ਅਕੜਾ ਕੇ 1 2 3 4 5, ਇਹ ਇਦਾਂ ਨਾ ਥੱਲੇ ਰੱਖ ਲਓ, ਹੌਲੀ ਕਰਨੀ, 10 ਵਾਰੀ ਕਰੋ, ਸਾਹ ਲੈ ਲਓ, ਫਿਰ 10 ਵਾਰੀ ਕਰੋ। ਪਰਪਸ ਕੀ ਹੈਗਾ, ਆਪਾਂ ਆ ਮਸਲ ਤਕੜਾ ਕਰਨਾ। ਹੁਣ ਜਿਵੇਂ ਤੁਸੀਂ ਜਦੋਂ ਲੱਤ ਚੱਕੋ, ਦੁਬਾਰਾ ਮੈਂ ਤੁਹਾਨੂੰ ਫੜ ਦਿਖਾਣਾ, ਚੱਕੋ ਅਕੜਾ ਕੇ ਚੱਕੋ, ਹਾਂ ਹੁਣ ਹੌਲੀ ਥੱਲੇ ਰੱਖੋ, ਇਹ ਦੇਖੋ ਅੱਡੀ ਪਹਿਲਾਂ ਥੱਲੇ ਆ ਜਾਂਦੀ ਹੈ, ਗੋਡਾ ਪਿੱਛੋਂ ਹੌਲੀ ਥੱਲੇ ਨੂੰ ਜਾਂਦਾ ਨਾ, ਇਹਨੂੰ ਐਕਸਟੈਂਸਰ ਲੈਗ ਕਹਿੰਦੇ ਅਸੀਂ, ਵੀ ਆ ਮਸਲ ਕਮਜ਼ੋਰ ਹੈ, ਇਹਨੂੰ ਪੂਰਾ ਟਾਈਟਲੀ ਫੜਦਾ ਨਹੀਂ ਪਿਆ। ਜਦੋਂ ਇਹ ਕਸਰਤ ਕਰੋਗੇ ਨਾ, ਹੌਲੀ ਕੀ ਹੋਏਗਾ ਕਿ ਗੋਡਾ ਤੇ ਅੱਡੀ ਇਕੱਠੇ ਥੱਲੇ ਲੱਗਣਗੇ। ਹੁਣ ਜਿਹੜਾ ਆਪਾਂ ਨੂੰ ਚੱਲਦੇ ਕਈ ਵਾਰੀ ਹੁੰਦਾ ਨਾ ਗੋਡੇ ਆਏ ਕਰ ਜਾਂਦੇ ਆ, ਉਹ ਇਸੇ ਮਸਲ ਦੀ ਕਮਜ਼ੋਰੀ ਕਰਕੇ ਕਰਦੇ ਆ। ਜਿਵੇਂ ਆਪਾਂ ਇਹਦੀ ਕਸਰਤ ਕਰਾਂਗੇ, ਇਹ ਮਸਲ ਤਕੜਾ ਹੋ ਜਾਏਗਾ, ਲੱਤ ਪੂਰੀ ਵਧੀਆ ਅਕੜਾ ਕੇ ਉੱਪਰ ਚੱਕਣ ਲੱਗ ਜਾਏਗਾ। ਜਦੋਂ ਇਹ ਵਧੀਆ ਚੱਕਣ ਲੱਗ ਗਿਆ, ਫਿਰ ਆਪਾਂ ਸੋਟੀ ਛੱਡ ਦਿੰਦੇ। ਉਹਨਾਂ ਚਿਰ ਅਸੀਂ ਸੋਟੀ ਸਿਰਫ ਇਸ ਲਈ ਰੱਖਣੀ ਕਿ ਚੱਲਦੇ ਕਿਤੇ ਗੋਡੇ ਆਏ ਹੁਣ ਆਪਾਂ ਗਿਰ ਨਾ ਜਾਈਏ, ਠੀਕ ਹੈ। ਸੋ ਇਹ ਕਰਿਆ ਕਰੋ, ਫਿਰ ਚੱਕੋ, ਲੱਤ ਪੂਰੀ ਅਕੜਾ ਕੇ ਏਦਾਂ ਇੱਥੇ ਤੱਕ ਚੱਕਣੀ, 5 ਗਿਣਨੇ, ਹੌਲੀ 5 ਦੀ ਜਗ੍ਹਾ 10 ਗਿਣਨ ਦੀ ਕੋਸ਼ਿਸ਼ ਕਰੋ, 10 ਦੇ 2-3 ਸੈੱਟ ਲਾਓ, ਠੀਕ ਹੈ। ਦੂਜੀ ਕਸਰਤ ਕਰਨੀ ਹੈ, ਉਹਦੇ ਲਈ ਉਦੋਂ ਨੂੰ ਪਾਸਾ ਲੈ ਭਾਰ ਪੈ ਕੇ ਨਾ, ਇਹ ਲੱਤ ਪੂਰੀ ਅਕੜਾ ਕੇ ਉੱਪਰ ਚੱਕੋ, ਏਦਾਂ ਇੱਥੇ ਤੱਕ ਚੱਕੋ, 5 ਗਿਣੋ, 1 2 3 4 5 ਥੱਲੇ ਰੱਖ ਲਓ, ਫਿਰ ਚੱਕੋ ਪੂਰੀ ਅਕੜਾ ਕੇ 1 2 3 4 5 ਥੱਲੇ ਰੱਖ ਲਓ। ਇੱਕ ਕਸਰਤ ਕਰਿਆ ਕਰੋ, 10 ਵਾਰੀ ਇੱਧਰ ਨੂੰ, 10 ਵਾਰੀ ਦੂਜੇ ਪਾਸੇ ਨੂੰ ਪਾਸਾ ਲੈ ਕੇ ਦੂਜੀ ਲੱਤ ਉੱਪਰ ਕਰਕੇ, ਬਿਲਕੁਲ ਟੇਢੇ ਪੈਣਾ ਹੈ, ਓਬਲੀਕ ਜੇ ਨਹੀਂ ਪੈਣਾ, ਪ੍ਰੋਪਰ ਟੇਢੇ ਪੈ ਕੇ, ਵੱਖੀ ਭਾਰ ਪੈ ਕੇ ਲੱਤਾਂ ਸਿੱਧੀ ਛੱਤ ਵੱਲ ਨੂੰ ਚੱਕਣ ਦੀ ਕੋਸ਼ਿਸ਼ ਕਰੀਏ। ਇਹਦੇ ਨਾਲ ਜਿਹੜਾ ਆਪਣਾ ਚੱਲਦੇ ਨੇ ਨਾ ਗੋਡੇ ਆ ਸਾਈਡ ਨੂੰ ਲੰਗਾ ਵੱਜਦਾ, ਉਹ ਝੂਡੇ ਵੱਲ ਨੂੰ ਹਟ ਜਾਣਗੇ, ਫਿਰ ਤੁਸੀਂ ਸਿੱਧਾ ਕਰੋਗੇ ਜਿੰਨਾ ਮਸਲ ਤਕੜਾ ਹੋਏਗਾ, ਠੀਕ ਹੈ। ਫਿਰ ਚੱਕੋ 1 2 3 4 5 ਥੱਲੇ ਰੱਖ ਲਓ, ਠੀਕ ਹੈ। ਇਹ ਦੋਨੇ ਕਸਰਤਾਂ ਨਵੀਆਂ ਸ਼ੁਰੂ ਕਰੋ। ਤੇ ਲਾਸਟ ਪਾਰਟ ਦੇ ਵਿੱਚ ਕਾਰ ਦੇ ਵਿੱਚ ਕਿਸ ਤਰ੍ਹਾਂ ਬੈਠਣਾ ਤੇ ਉਤਰਨਾ ਹੈ। ਕਾਰ ਦੀ ਸੀਟ ਨੂੰ ਥੋੜਾ ਰਿਕਲਾਈਨ ਕਰ ਲਓ, ਥੋੜਾ ਐਲੀਵੇਟ ਕਰ ਲਓ, ਤੇ ਜੇ ਫਿਰ ਵੀ ਨੀਵੀਂ ਲੱਗੇ ਤਾਂ ਉਸ ਦੇ ਉੱਪਰ ਇੱਕ ਕੁਸ਼ਨ ਰੱਖ ਲਓ। ਬੈਠਦੇ ਸਮੇਂ ਪਹਿਲਾਂ ਦੋਨੋਂ ਲੱਤਾਂ ਬਾਹਰ ਰੱਖ ਕੇ ਪਿੱਠ ਪਿੱਛੇ ਨੂੰ ਕਰਕੇ ਬੈਠੋ, ਇੱਕ ਪੈਰ ਨੂੰ ਚੱਕ ਕੇ ਅੰਦਰ ਰੱਖੋ ਤੇ ਫਿਰ ਦੂਜੀ ਲੱਤ ਨੂੰ ਚੱਕ ਕੇ ਅੰਦਰ ਲੈ ਜਾਓ। ਇਸੇ ਤਰ੍ਹਾਂ ਉਤਰਦੇ ਸਮੇਂ ਇੱਕ ਲੱਤ ਨੂੰ ਪਹਿਲਾਂ ਚੱਕ ਕੇ ਬਾਹਰ ਰੱਖੋ, ਫਿਰ ਦੂਜੀ ਲੱਤ ਨੂੰ ਬਾਹਰ ਰੱਖੋ, ਫਿਰ ਬਰਾਬਰ ਬੋਡੀ ਨੂੰ ਕਰਕੇ ਸਿੱਧੇ ਉੱਠ ਕੇ ਖੜੇ ਹੋ ਜਾਓ। ਪੈਸੇਂਜਰ ਸਾਈਡ ਤੇ ਬੈਠਣ ਲਈ ਵੀ ਸੇਮ ਇਹਤਿਆਤ ਹੈ ਕਿ ਪਹਿਲਾਂ बैक पिछे ਨੂੰ करके सीट के उपर बैठो, दोनों लत्तां बाहर रखो, फिर एक पैर ਨੂੰ ਚੱਕ के अंदर लैके जाना तो फिर दूजा पैर अंदर लैके जाना। कदे भी खड़े खड़े एक पैर अंदर रख के गड्डी दे विच बैठण दी कोशिश नहीं करनी। उतरते समय फिर उही ध्यान कि एक लत्त नूं पहलां बाहर लैके आओ, फिर हौली हौली घुम के दूजा पैर जिहड़ा हैगा उहनूं भी पहलां बाहर लिया के जमीन ते रखो। जदों दोनों पैर रखे जाण फिर सीट तो उठ के खड़े होने की कोशिश करो। कदे भी एक लत्त ते भार पा के इस तरह दूजी लत्त पिछे नूं छड्ड के उठण दी कोशिश ना करो। इहदे नाल जिहड़ी लत्त दे उत्ते भार पै रिहा वो किसी तरह गलत घुम के जिहड़ा हिप जॉइंट हैगा वो अनस्टेबल हो सकदा। इस वीडियो च असीं इसे चीज़ नूं समझांगे कि पौड़ियां चढ़न दा टाइम की सही टाइम हुंदा ते किस तरह नाल प्रैक्टिस करनी है कि आपां पौड़ियां आराम नाल चढ़ सकीए। कुछ पेशेंट होणगे जिहड़े हफ्ते 10 दिन बाद ही पौड़ियां चढ़ जाणगे, बट असीं वो गल नहीं करदे जो 100 चों 2 पेशेंट या 5 पेशेंट कर रहे होण।
ਰੂਟੀਨ ਦੇ ਵਿੱਚ ਪੌੜੀਆਂ ਚੜ੍ਹਨ ਦਾ ਟਾਈਮ ਜਿਹੜਾ ਹੈ ਉਹ 3 ਤੋਂ 6 ਹਫ਼ਤੇ ਦਾ ਹੈ। ਤੇ ਮਾਈਲਸਟੋਨ ਕੀ ਹੁੰਦਾ ਹੈ, ਅਸੀਂ ਪਹਿਲਾਂ ਇੱਕ ਸਟੇਜ ਦੇਖਦੇ ਹਾਂ ਕਿ ਜਦੋਂ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤੇ ਤੁਸੀਂ ਲੰਮੇ ਪੈ ਕੇ ਲੱਤ ਪੂਰੀ ਇੱਦਾਂ ਸਿੱਧੀ ਅਕੜਾ ਕੇ ਉੱਪਰ ਚੱਕ ਕੇ 5 ਸੈਕਿੰਡ ਹੋਲਡ ਕਰਕੇ ਉਹਨੂੰ ਥੱਲੇ ਰੱਖਣਾ ਜੋਗੇ ਹੋ ਜਾਓ। ਉਸ ਤੋਂ ਬਾਅਦ ਪੌੜੀਆਂ ਚੜ੍ਹਨ ਦੀ ਪ੍ਰੈਕਟਿਸ ਸ਼ੁਰੂ ਕਰਨੀ ਹੈ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਪਹਿਲਾਂ ਇਹ ਤੋਂ ਪਹਿਲਾਂ ਵਾਲੀ ਐਕਸਰਸਾਈਜ਼ ਜਿਹੜੀ ਵੀਡੀਓ 'ਚ ਦਿਖਾਈ ਗਈ ਹੈ ਕਿ ਲੱਤ ਨੂੰ ਅਕੜਾ ਕੇ ਉੱਪਰ ਚੱਕੋ, 5 ਸੈਕਿੰਡ ਹੋਲਡ ਕਰੋ ਤੇ ਜਦੋਂ ਥੱਲੇ ਰੱਖਣਾ ਹੈ ਉਦੋਂ ਅੱਡੀ ਤੇ ਗੋਡਾ ਇਕੱਠੇ ਥੱਲੇ ਲੱਗਣੇ ਚਾਹੀਦੇ। ਇਹ ਨਹੀਂ ਹੋਣਾ ਚਾਹੀਦਾ ਵੀ ਅੱਡੀ ਪਹਿਲਾਂ ਲੱਗ ਗਈ ਫਿਰ ਗੋਡਾ ਹੌਲੀ ਹੌਲੀ ਥੱਲੇ ਨੂੰ ਜਾ ਰਿਹਾ। ਜੇ ਗੋਡਾ ਹੌਲੀ ਹੌਲੀ ਥੱਲੇ ਨੂੰ ਜਾ ਰਿਹਾ ਇਹਦਾ ਮਤਲਬ ਆਪਣਾ ਕੁਆਡਰੀਸੈਪਸ ਮਸਲ ਵੀਕ ਹੈਗਾ, ਉਹਨੂੰ ਅਸੀਂ ਐਕਸਟੈਂਸਰ ਲੈਗ ਕਹਿੰਦੇ ਹਾਂ। ਤੇ ਪਹਿਲਾਂ ਉਸ ਐਕਸਰਸਾਈਜ਼ ਨਾਲ ਉਹ ਮਸਲ ਸਟਰੋਂਗ ਕਰਨਾ। ਜਦੋਂ ਲੱਤ ਸਿੱਧੀ ਆਕੜ ਕੇ ਚੱਕੀ ਜਾਣ ਲੱਗ ਗਈ ਉਸ ਤੋਂ ਬਾਅਦ ਅਸੀਂ ਪੌੜੀਆਂ ਚੜ੍ਹਨ ਦੀ ਜਿਹੜੀ ਹੈਗੀ ਹੈ ਪ੍ਰੈਕਟਿਸ ਸ਼ੁਰੂ ਕਰਨੀ ਹੈ। ਪੌੜੀਆਂ ਚੜ੍ਹਨ ਲਈ ਸਭ ਤੋਂ ਜ਼ਰੂਰੀ ਹੈ ਕਿ ਪਹਿਲਾਂ ਆਪਾਂ ਆਪਣੇ ਕੁਆਡਰੀਸੈਪਸ ਮਸਲ ਸਟਰੋਂਗ ਕਰੀਏ। ਉਹਦੇ ਲਈ ਆਪਾਂ ਇਸ ਵੀਡੀਓ ਦੇ ਸੈਕੰਡ ਪਾਰਟ ਦੇ ਵਿੱਚ ਦੇਖਦੇ ਹਾਂ ਕਿ ਕੀ ਐਕਸਰਸਾਈਜ਼ ਕਰਨੀ ਹੈ। ਦੂਜਾ ਸਟੈਪ ਜਾਂ ਦੂਜੀ ਸਟੇਜ ਹੈ ਹਾਫ ਸਕੁਐਟ। ਇਹਦੇ ਲਈ ਆਪਾਂ ਘਰੇ ਕੋਈ ਇਹੋ ਜਿਹੀ ਜਗ੍ਹਾ ਲੱਭਣੀ ਹੈ ਜਿੱਥੇ ਸਾਡੇ ਹੱਥ ਇਦਾਂ ਪੈ ਜਾਣ ਤੇ ਉਹ ਚੀਜ਼ ਸਪੋਰਟ ਸੋਲਿਡ ਹੋਣੀ ਚਾਹੀਦੀ ਹੈ ਵੀ ਉਹ ਹਿੱਲੇ ਨਾ। ਇੱਦਾਂ ਦੋਵੇਂ ਹੱਥ ਫੜ ਕੇ ਹੌਲੀ ਹੌਲੀ ਇੱਦਾਂ ਥੱਲੇ ਨੂੰ ਬੈਠਣ ਦੀ ਕੋਸ਼ਿਸ਼ ਕਰੋ ਤੇ ਹੌਲੀ ਹੌਲੀ ਉੱਪਰ ਨੂੰ। ਫਿਰ ਹੌਲੀ ਹੌਲੀ ਇੱਦਾਂ ਥੱਲੇ ਨੂੰ ਬੈਠੋ, ਫਿਰ ਹੌਲੀ ਹੌਲੀ ਥੋੜਾ ਉੱਪਰ ਉੱਠੋ। ਇਹ ਐਕਸਰਸਾਈਜ਼ ਕਰਦੇ ਹੋਏ ਧਿਆਨ ਰੱਖਣਾ ਕਿ ਕਮਰ ਸਿੱਧੀ ਰਹੇ। ਜੇ ਇਹ ਕਮਰ ਇੱਥੋਂ ਸਿੱਧੀ ਰਹੇਗੀ ਤਾਂ ਐਕਸਰਸਾਈਜ਼ ਠੀਕ ਹੋਏਗੀ, ਜ਼ੋਰ ਵਧੀਆ ਲੱਗੇਗਾ। ਜੇ ਇਹ ਐਕਸਰਸਾਈਜ਼ ਆਪਾਂ ਅੱਗੇ ਨੂੰ ਝੁਕ ਕੇ ਆਏ ਕਰਾਂਗੇ ਤਾਂ ਜ਼ੋਰ ਨਹੀਂ ਲੱਗੇਗਾ। ਜ਼ੋਰ ਨਹੀਂ ਲੱਗੇਗਾ, ਮਸਲ ਸਟਰੈਂਥਨਿੰਗ ਨਹੀਂ ਹੋਏਗੀ। ਤੇ ਸਾਡਾ ਮੇਨ ਪਰਪਸ ਇਹ ਹੁੰਦਾ ਕਿ ਅਸੀਂ ਪੋਸਚਰ ਨੂੰ ਸਿੱਧਾ ਰੱਖ ਕੇ ਫਿਰ ਐਕਸਰਸਾਈਜ਼ ਕਰਨੀ ਹੈ ਤਾਂ ਜੋ ਆਪਾਂ ਜਦੋਂ ਤੁਰਦੇ ਫਿਰਦੇ ਆ ਤੇ ਨਾਰਮਲ ਤੁਰੀਏ ਫਿਰੀਏ। ਇਹਦੇ ਲਈ ਇੱਦਾਂ ਸਿੱਧੇ ਗ੍ਰੈਜੂਅਲੀ ਥੱਲੇ ਜਾਣਾ, ਗ੍ਰੈਜੂਅਲੀ ਉੱਪਰ ਉੱਠਣਾ। ਹੱਥਾਂ ਦੀ ਸਪੋਰਟ ਦਾ ਸਿਰਫ ਇਹ ਫਾਇਦਾ ਕਿ ਆਪਾਂ ਥੋੜਾ ਜਿਹਾ ਸਹਾਰਾ ਲੈ ਸਕਦੇ ਹਾਂ, ਅਸੀਂ ਪਿੱਛੇ ਨੂੰ ਗਿਰਾਂਗੇ ਨਹੀਂ ਜੇ ਸਾਡਾ ਬੈਲੈਂਸ ਬਣੇਗਾ। ਇਸੇ ਲਈ ਆ ਸਟੂਲ ਪਿੱਛੇ ਰੱਖਣਾ ਜਾਂ ਕੁਰਸੀ ਉੱਚੀ ਪਿੱਛੇ ਰੱਖਣੀ ਹੈ ਕਿ ਜਦੋਂ ਆਪਾਂ ਐਦਾਂ ਐਕਸਰਸਾਈਜ਼ ਕਰ ਰਹੇ ਹਾਂ, ਜੇ ਬਾਈ ਚਾਂਸ ਜਿਵੇਂ 4-5 ਵਾਰੀ ਕਰਕੇ ਅਸੀਂ ਥੱਕ ਗਏ, ਸਾਡੇ ਕੋਲ ਤਾਕਤ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਉੱਪਰ ਖਿੱਚ ਸਕੀਏ ਤੇ ਅਸੀਂ ਇੱਦਾਂ ਹੀ ਪਿੱਛੇ ਬੈਠ ਜਾਂਦੇ। ਇਹਦੀ ਜਗ੍ਹਾ ਕਿ ਅਸੀਂ ਐਕਸਰਸਾਈਜ਼ ਕਰਦੇ ਕਰਦੇ ਇੱਦਾਂ ਥੱਲੇ ਨੂੰ ਹੋਏ, ਸਾਡਾ ਬੈਲੈਂਸ ਨਹੀਂ ਬਣਿਆ ਤਾਂ ਅਸੀਂ ਪਿੱਛੇ ਨੂੰ ਡਿੱਗ ਗਏ। ਸੋ ਸਟੂਲ ਦੀ ਸਪੋਰਟ ਬੈਕਅਪ ਨਹੀਂ ਰੱਖਣੀ ਹੈ। ਅਦਰਵਾਈਜ਼ ਐਕਸਰਸਾਈਜ਼ ਦੇ ਦੌਰਾਨ ਹਰ ਵਾਰੀ ਬੈਠ ਕੇ ਉੱਠਣ ਦੀ ਲੋੜ ਨਹੀਂ ਹੈ। ਗ੍ਰਿਪ ਬਣਾ ਕੇ ਰੱਖਣੀ ਹੈ, ਕਮਰ ਸਿੱਧੀ ਰੱਖਣੀ ਹੈ ਤੇ ਇਹ ਐਕਸਰਸਾਈਜ਼ ਦੇ 5-5 ਦੇ 3 ਸੈੱਟ ਲਗਾਣੇ ਵੀ 5 ਵਾਰੀ ਕਰ ਲਈ, ਥੋੜੀ ਦੇਰ ਸਾਹ ਲੈ ਲਓ, ਫਿਰ 5 ਵਾਰੀ ਕਰੋ, ਫਿਰ ਥੋੜੀ ਦੇਰ ਸਾਹ ਲੈ ਲਓ। ਤੇ ਸਵੇਰ ਸ਼ਾਮ 2 ਟਾਈਮ ਇਹ ਐਕਸਰਸਾਈਜ਼ ਕਰੋ। ਇਹਦੇ ਨਾਲ ਮਸਲ ਸਟਰੈਂਥਨਿੰਗ ਹੋਏਗੀ। ਤੇ ਫਿਰ ਆਪਾਂ ਤੀਜੀ ਸਟੇਜ ਤੇ ਜਾਵਾਂਗੇ ਕਿ ਆਪਾਂ ਪੌੜੀਆਂ ਚੜ੍ਹਨ ਉਤਰਨ ਦੀ ਪ੍ਰੈਕਟਿਸ ਕਿਵੇਂ ਕਰਨੀ। ਆਪਾਂ ਤੀਜੀ ਸਟੇਜ ਤੇ ਆ ਗਏ ਹਾਂ ਜਿੱਥੇ ਅਸੀਂ ਐਕਚੁਅਲੀ ਪੌੜੀਆਂ ਚੜ੍ਹਨ ਤੇ ਉਤਰਨ ਬਾਰੇ ਡਿਸਕਸ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਪਹਿਲਾਂ ਗੱਲ ਕਰਾਂਗੇ ਜਦੋਂ ਸਾਡੀ ਇੱਕ ਲੱਤ ਦਾ ਆਪਰੇਸ਼ਨ ਹੋਇਆ ਤੇ ਦੂਜੀ ਲੱਤ ਦਾ ਆਪਰੇਸ਼ਨ ਨਹੀਂ ਹੋਇਆ, ਜਿਵੇਂ ਕਿ ਅਕਸਰ ਹਿਪ ਰਿਪਲੇਸਮੈਂਟ ਦੇ ਵਿੱਚ ਹੁੰਦਾ। ਗੋਡਿਆਂ ਦੇ ਵਿੱਚ ਰੇਅਰਲੀ ਹੁੰਦਾ ਕਿ ਇੱਕ ਸਾਈਡ ਦਾ ਹੋਵੇ, ਜਨਰਲੀ ਦੋਨੇ ਹੁੰਦੇ ਆ। ਸੋ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਕਿ ਜਦੋਂ ਤੁਹਾਡੀ ਇੱਕ ਲੱਤ ਦਾ ਆਪਰੇਸ਼ਨ ਹੋਇਆ ਤੁਸੀਂ ਕਿਵੇਂ ਕਰਨਾ। ਇਹਦੇ ਲਈ ਅਸੀਂ ਜਸਟ ਐਗਜ਼ਾਮਪਲ ਨੂੰ ਯਾਦ ਰੱਖਣ ਲਈ ਕੀਤਾ ਕਿ ਸਾਡੀ ਸਪੋਜ਼ ਖੱਬੀ ਲੱਤ ਦਾ ਆਪਰੇਸ਼ਨ ਹੋਇਆ ਤੇ ਅਸੀਂ ਬੈਂਡ ਬਣਤਾ। ਸੋ ਅਸੀਂ ਯਾਦ ਰੱਖਾਂਗੇ ਕਿ ਜਿਹੜੀ ਲੱਤ ਦਾ ਆਪਰੇਸ਼ਨ ਹੋਇਆ ਉਹ ਤੇ ਬੈਂਡ ਬਣਿਆ ਹੋਇਆ। ਸੋ ਜਦੋਂ ਤੁਸੀਂ ਪੌੜੀਆਂ ਚੜ੍ਹਨੀਆਂ ਉਤਰਨੀਆਂ ਨੇ, ਹਜੇ ਆਪਾਂ ਇਸ ਲੱਤ ਦੀ ਪ੍ਰੈਕਟਿਸ ਨਹੀਂ ਕੀਤੀ ਤਾਂ ਇਹ ਸਿੰਪਲ ਹੈਗਾ ਕਿ ਦੂਜਾ ਪੈਰ ਉੱਪਰ ਰੱਖ ਕੇ ਆਪਾਂ ਇਦਾਂ ਪੌੜੀ ਚੜ੍ਹ ਸਕਦੇ ਹਾਂ। ਫਿਰ ਅਗਲਾ ਸਟੈਪ ਦੂਜੇ ਲੱਤ ਦੇ ਉੱਪਰ ਜ਼ੋਰ ਪਾ ਕੇ ਪੌੜੀ ਚੜ੍ਹ ਸਕਦੇ ਹਾਂ। ਉੱਤਰਦੇ ਵੇ ਉਲਟਾ ਹੁੰਦਾ। ਉੱਤਰਦੇ ਵੇ ਜਿਹੜੀ ਲੱਤ ਦਾ ਆਪਰੇਸ਼ਨ ਹੋਇਆ ਪਹਿਲਾਂ ਉਹਨੂੰ ਥੱਲੇ ਰੱਖੀਦਾ, ਫਿਰ ਦੂਜਾ ਪੈਰ ਥੱਲੇ ਲੈ ਕੇ ਜਾਈਦਾ। ਸੋ ਇਹਦੇ ਵਿੱਚ ਥੋੜੀ ਸਪੋਰਟ, ਚਾਹੇ ਸਾਈਡ ਤੇ ਸਪੋਰਟ ਮਿਲ ਜਾਵੇ ਜਾਂ ਹੱਥ ਸਟਿਕ ਫੜ ਲਓ, ਬਟ ਮੇਨ ਚੀਜ਼ ਕੀ ਹੈਗੀ ਕਿ ਜਦੋਂ ਇੱਕ ਲੱਤ ਦਾ ਆਪਰੇਸ਼ਨ ਹੋਇਆ ਤਾਂ ਅਸੀਂ ਦੂਜੀ ਲੱਤ ਨੂੰ ਚੜ੍ਹਨ ਤੇ ਉਤਰਨ ਲਈ ਯੂਜ਼ ਕਰਨਾ ਹੈ। ਫਿਰ ਉਹਦੀ ਐਗਜ਼ਾਮਪਲ ਕਿ ਜਦੋਂ ਚੜ੍ਹਨਾ ਹੈ ਤਾਂ ਦੂਜੀ ਲੱਤ ਅੱਗੇ ਰਹੇਗੀ, ਆਪਾਂ ਇਦਾਂ ਸਟੈਪ ਲਵਾਂਗੇ। ਜਦੋਂ ਉਤਰਨਾ ਉਦੋਂ ਇਸ ਜਗ੍ਹਾ ਤੇ ਪਹਿਲਾਂ ਆਪਰੇਸ਼ਨ ਵਾਲਾ ਪੈਰ ਥੱਲੇ ਜਾਏਗਾ, ਫਿਰ ਦੂਜਾ ਪੈਰ ਥੱਲੇ ਆਏਗਾ। ਸੋ ਇਹ ਸੀ ਜਦੋਂ ਸਿੰਗਲ ਲੱਤ ਦਾ ਆਪਰੇਸ਼ਨ ਹੋਇਆ। ਹੁਣ ਆਪਾਂ ਅਗਲੀ ਵੀਡੀਓ 'ਚ ਦੇਖਦੇ ਹਾਂ ਕਿ ਜੇ ਦੋਨੇ ਲੱਤਾਂ ਦਾ ਆਪਰੇਸ਼ਨ ਹੋਇਆ ਫਿਰ ਪ੍ਰੈਕਟਿਸ ਕਰਨਾ। ਅਸੀਂ ਇੱਕ ਕੋਈ ਫਲੈਟ ਜਗ੍ਹਾ ਲੱਭਣੀ ਹੈ ਜਿੱਥੇ ਛੋਟਾ ਜਿਹਾ ਸਟੈਪ ਹੋਵੇ, ਜਿਵੇਂ ਇੱਥੇ ਇੱਕ ਛੋਟਾ ਸਟੈਪ ਹੈਗਾ ਸਾਹਮਣੇ। ਇਹਦੇ ਵਿੱਚ ਵਾਕਰ ਨੂੰ ਇਦਾਂ ਸਟੈਪ ਦੇ ਉੱਪਰ ਰੱਖ ਕੇ, ਕਿਉਂਕਿ ਹੁਣ ਦੋਨੇ ਲੱਤਾਂ ਦਾ ਆਪਰੇਸ਼ਨ ਹੋਇਆ, ਇਹ ਫਰਕ ਨਹੀਂ ਪੈ ਰਿਹਾ ਕਿ ਕਿਸ ਲੱਤ ਨੂੰ ਪਹਿਲਾਂ ਰੱਖਣਾ ਕਿਸ ਨੂੰ ਬਾਅਦ 'ਚ ਰੱਖਣਾ, ਆਪਾਂ ਦੋਨਾਂ ਦੀ ਪ੍ਰੈਕਟਿਸ ਕਰਨੀ ਹੈ। ਸੋ ਇੱਕ ਪੈਰ ਨੂੰ ਇਦਾਂ ਉੱਪਰ ਰੱਖੋ। ਇਹ ਸਟੈਪ ਦੇਖੋ ਕਿ 4 ਇੰਚ ਜਾਂ 6 ਇੰਚ ਦਾ ਹੋਵੇ, ਬਹੁਤ ਵੱਡਾ ਸਟੈਪ ਨਾ ਹੋਵੇ। ਫਿਰ ਆਪਣੇ ਆਪ ਨੂੰ ਇਦਾਂ ਲਿਫਟ ਕਰਨ ਦੀ ਕੋਸ਼ਿਸ਼ ਕਰੋ, ਫਿਰ ਹੌਲੀ ਹੌਲੀ ਥੱਲੇ ਚਲੇ ਜਾਓ, ਫਿਰ ਇਦਾਂ ਲਿਫਟ ਕਰਨ ਦੀ ਕੋਸ਼ਿਸ਼ ਕਰੋ। 5 ਵਾਰੀ ਇੱਕ ਲੱਤ ਨਾਲ ਕਰੋ, 5 ਵਾਰੀ ਇਦਾਂ ਹੀ ਦੂਜੀ ਲੱਤ ਦੇ ਨਾਲ ਇਦਾਂ ਲਿਫਟ ਕਰੋ ਤੇ ਫਿਰ ਥੱਲੇ ਚਲੇ ਜਾਓ, ਫਿਰ ਲਿਫਟ ਕਰੋ ਤੇ ਫਿਰ ਥੱਲੇ ਚਲੇ ਜਾਓ। ਇਹ ਐਕਸਰਸਾਈਜ਼ ਕਰਕੇ ਹੌਲੀ ਹੌਲੀ ਜਿਵੇਂ ਜਿਵੇਂ ਸਟੈਮਿਨਾ ਬਿਲਡ ਅਪ ਹੁੰਦਾ ਹੈ, ਇਹਦੀਆਂ 5 ਰੈਪੀਟੀਸ਼ਨਸ ਲਗਾਓ, ਥੋੜੀ ਦੇਰ ਸਾਹ ਲੈ ਲਓ, ਫਿਰ 5 ਰੈਪੀਟੀਸ਼ਨਸ ਲਗਾਓ, ਥੋੜੀ ਦੇਰ ਸਾਹ ਲੈ ਲਓ। ਜਦੋਂ ਤੁਹਾਨੂੰ ਲੱਗੇ ਕਿ ਸਟੈਮਿਨਾ ਵਧੀਆ ਬਣ ਗਿਆ, ਅਸੀਂ ਸਟੈਪ ਲੈ ਸਕਦੇ ਹਾਂ, ਫਿਰ ਧਿਆਨ ਰੱਖਣਾ ਕਿ ਕਮਰ ਸਿੱਧੀ ਰੱਖਣੀ ਹੈ, ਬਾਡੀ ਦਾ ਬੈਲੈਂਸ ਬਣਾ ਕੇ ਰੱਖਣਾ ਹੈ। ਉਹ ਤੋਂ ਬਾਅਦ ਆਪਾਂ ਪੌੜੀਆਂ ਚੜ੍ਹਨ ਦੀ ਪ੍ਰੈਕਟਿਸ ਵੈਸੇ ਸ਼ੁਰੂ ਕਰ ਸਕਦੇ ਹਾਂ। ਪੌੜੀਆਂ ਚੜ੍ਹਦੇ ਹੋਏ ਧਿਆਨ ਰੱਖਣਾ ਹੈ ਕਿ ਇੱਕ ਪਾਸੇ ਰੇਲਿੰਗ ਹੋਵੇ, ਦੂਜੇ ਪਾਸੇ ਸਾਡੇ ਕੋਲੇ ਹੱਥ ਦੇ ਵਿੱਚ ਸਟਿਕ ਹੋਵੇ ਜਿਹਦੀ ਅਸੀਂ ਸਪੋਰਟ ਲੈ ਸਕੀਏ। ਜੇ ਸਾਨੂੰ ਐਡਾ ਵੱਡਾ ਸਟੈਪ ਨਹੀਂ ਮਿਲਦਾ ਜਿੱਥੇ ਅਸੀਂ ਇਦਾਂ ਵਾਕਰ ਰੱਖ ਸਕੀਏ, ਫਿਰ ਅਸੀਂ ਕੀ ਕਰਨਾ ਹੈ ਕਿ ਕੋਈ ਪੌੜੀਆਂ ਦੇ ਕੋਲੇ ਦੇਖਣਾ ਜਿੱਥੇ ਸਾਡੇ ਕੋਲ ਇੱਕ ਪਾਸੇ ਸਪੋਰਟ ਹੋਵੇ, ਦੂਜੇ ਹੱਥ 'ਚ ਇਦਾਂ ਸਟਿਕ ਫੜ ਕੇ ਅਸੀਂ ਸੇਮ ਪ੍ਰੈਕਟਿਸ ਕਰ ਸਕਦੇ ਹਾਂ ਕਿ ਇੱਕ ਹੱਥ ਦੇ ਵਿੱਚ ਅਸੀਂ ਸਟਿਕ ਫੜੀ ਹੈ,
ਤੇ ਇੱਕ ਹੱਥ ਪਾਸੇ ਅਸੀਂ ਇੱਦਾਂ ਰੱਖਿਆ। ਇਹਦੇ ਨਾਲ ਘਰੇ ਇੱਕ ਛੋਟੇ ਸਟੈਪ ਦੇ ਉੱਪਰ ਆਪਾਂ ਇੱਦਾਂ ਹੀ ਐਂ ਵਾਰੀ-ਵਾਰੀ ਆਪਣੇ ਆਪ ਨੂੰ ਉੱਪਰ ਲਿਫਟ ਕਰਨ ਦੀ ਪ੍ਰੈਕਟਿਸ ਕਰਨੀ ਹੈ। 5 ਵਾਰੀ ਇੱਕ ਲੱਤ ਦੇ ਨਾਲ, 5 ਵਾਰੀ ਦੂਜੀ ਲੱਤ ਦੇ ਨਾਲ। ਇੱਕ ਹੱਥ ਦੇ ਵਿੱਚ ਸਟਿਕ ਰਹੇਗੀ ਜਿਹਦੀ ਸਾਨੂੰ ਚਾਹੇ ਸਟਿਕ ਉਹ ਇੱਦਾਂ ਉੱਪਰ ਆ ਜਾਵੇ, ਚਾਹੇ ਉੱਥੇ ਸਾਈਡ ਤੇ ਥੱਲੇ ਹੋਵੇ, ਬਟ ਕੋਸ਼ਿਸ਼ ਇਹ ਕਰਨੀ ਹੈ ਕਿ ਸਟਿਕ ਦੀ ਸਮੂਥ ਹੋਵੇ। ਇੱਕ ਪਾਸੇ ਤੁਹਾਡਾ ਹੱਥ ਇੱਦਾਂ ਰੱਖਿਆ ਹੋਵੇ ਤੇ ਫਿਰ ਆਪਾਂ ਇੱਦਾਂ 5 ਵਾਰੀ ਆਪਣੇ ਆਪ ਨੂੰ ਲਿਫਟ ਕਰਨਾ ਤੇ ਥੱਲੇ ਲੈ ਕੇ ਆਉਣਾ। ਇੱਕ ਲੱਤ ਤੇ ਇਹੀ ਐਕਸਰਸਾਈਜ਼ ਫਿਰ ਦੂਜੀ ਲੱਤ ਨਾਲ ਕਰਨੀ ਹੈ ਵੀ 5 ਵਾਰੀ ਇੱਦਾਂ ਉੱਪਰ ਜਾਣਾ ਤੇ ਥੱਲੇ ਲੈ ਕੇ ਜਾਣਾ। ਇਹ ਜਦੋਂ ਆਪਾਂ ਇੱਕੋ ਜਗ੍ਹਾ ਤੇ ਖੜ ਕੇ ਵਾਰੀ-ਵਾਰੀ ਕਰਾਂਗੇ ਸਾਡੀ ਮਸਲ ਸਟਰੈਂਥਨਿੰਗ ਹੋਏਗੀ। ਜਦੋਂ ਮਸਲ ਚੰਗੀ ਤਰ੍ਹਾਂ ਸਟਰੋਂਗ ਹੋ ਗਏ ਫਿਰ ਆਪਾਂ ਪੌੜੀਆਂ ਚੜ੍ਹਨ ਦੀ ਵੀ 5-7 ਪੌੜੀਆਂ ਵਾਰੀ ਸਿਰ ਉੱਪਰ ਚੜ੍ਹੋ ਥੱਲੇ ਉਤਰੋ ਪ੍ਰੈਕਟਿਸ ਸ਼ੁਰੂ ਕਰਨੀ ਹੈ। ਜਦੋਂ 5 ਪੌੜੀਆਂ ਚੜ੍ਹ ਕੇ ਉਤਰਨ ਦੀ ਵੀ ਪ੍ਰੈਕਟਿਸ 2-3 ਦਿਨ ਕਰ ਲਈ ਫਿਰ ਆਪਾਂ ਪਹਿਲੀ ਮੰਜ਼ਿਲ ਤੱਕ ਜਾਂ ਦੂਜੀ ਮੰਜ਼ਿਲ ਤੱਕ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਸਕਦੇ ਹਾਂ। ਜਿਸ ਤਰ੍ਹਾਂ ਸਮਝਾਇਆ ਗਿਆ ਹੈ ਇਹ ਕਸਰਤਾਂ ਕਰਨ ਦੀ ਕੋਸ਼ਿਸ਼ ਕਰੋ। ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੋਵੇ, ਕੁਝ ਨਾ ਸਮਝ ਆਵੇ ਤਾਂ ਸਾਡੇ ਨਾਲ ਸੰਪਰਕ ਕਰੋ। ਆਸ ਕਰਦੇ ਹਾਂ ਇਹ ਵੀਡੀਓ ਕਾਫੀ ਮਦਦਗਾਰ ਹੋਏਗੀ ਨੀ ਰਿਪਲੇਸਮੈਂਟ ਤੋਂ ਬਾਅਦ ਐਕਸਰਸਾਈਜ਼ ਕਰਨ ਦੇ ਵਿੱਚ ਅਤੇ ਦੁਬਾਰਾ ਆਪਣੇ ਪੈਰਾਂ 'ਤੇ ਨਾਰਮਲ ਤੁਰਨ ਦੇ ਵਿੱਚ।